ਇੱਥੇ ਵੀ ਸਾਨੂੰ ਇੱਕ ਹੋਰ ਬੜੀ ਪਿਆਰੀ ਕਹਾਣੀ ਯਾਦ ਆ ਗਈ ਕਿ ਇਹ ਕਹਾਣੀ ਵੀ ਕੀ ਇਸ਼ਾਰਾ ਕਰਦੀ ਹੈ ਕਿ ਇੱਕ ਵਾਰ ਨਾ ਇੱਕ ਫਕੀਰ ਆਪਣੇ ਸੇਵਕਾਂ ਨਾਲ ਇੱਕ ਜੰਗਲ ਦੇ ਕਿਨਾਰੇ ਕਿਨਾਰੇ ਰਸਤਾ ਹੈ, ਉੱਥੇ ਜਾ ਰਹੇ ਹੈ ਕਿ ਕੀ ਦੇਖਿਆ ਕਿ ਜੰਗਲ ਦੇ ਕੁਝ ਪੇੜ ਸੜੇ ਹੋਏ ਆ, ਜਿੱਦਾਂ ਜੰਗਲ 'ਚ ਅੱਗ ਲੱਗ ਜਾਂਦੀ ਹੈ, ਕੁਝ ਪੇੜ ਸੜੇ ਹੋਏ ਹੈ। ਜਦੋਂ ਸੜੇ ਹੋਏ ਪੇੜਾਂ ਨੂੰ ਦੇਖਿਆ ਤਾਂ ਉਸ ਵੇਲੇ ਫਕੀਰਾਂ ਦੀ ਨਜ਼ਰ ਕਿੱਧਰ ਗਈ ਕਿ ਦੇਖਿਆ ਕਿ ਜੰਗਲ 'ਚ ਜਿਹੜੇ ਪੇੜ ਸੜੇ ਹੋਏ ਸੀ ਨਾ, ਉਹ ਪੇੜ ਦੇ ਥੱਲੇ ਹੀ ਇੱਕ ਪੰਛੀ ਮਰਿਆ ਪਿਆ ਸੜ ਕੇ। ਜਦੋਂ ਫਕੀਰ ਉਹਦੇ ਲਾਗੇ ਗਏ ਤਾਂ ਦੇਖਿਆ ਉਹ ਇੱਕ ਤੋਤਾ ਹੈ, ਜਿਹੜਾ ਝੁਲਸਣ ਦੇ ਕਾਰਨ ਅੱਗ ਦੇ ਵਿੱਚ ਉਹਦੇ ਪੰਖ ਸੜ ਕੇ ਮਰ ਗਿਆ। ਜਦੋਂ ਫਕੀਰਾਂ ਨੇ ਦੇਖਿਆ, ਨਾਲ ਉਹਨਾਂ ਦੇ ਸੇਵਕ ਸੀ, ਦੇਖਿਆ, ਕਹਿੰਦੇ ਕਮਾਲ ਦੀ ਗੱਲ ਹੈ ਮਹਾਰਾਜ, ਬੜੀ ਹੈਰਾਨੀ ਦੀ ਗੱਲ ਹੈ, ਪੇੜ ਸੜੇ ਤਾਂ ਠੀਕ ਹੈ, ਜੰਗਲ 'ਚ ਅੱਗ ਲੱਗ ਜਾਂਦੀ ਹੈ, ਪਰ ਇਹ ਪੰਛੀ ਕਿੱਦਾਂ ਸੜ ਗਿਆ? ਦੇਖਣ ਨੂੰ ਤਾਂ ਬੱਚਾ ਵੀ ਨਹੀਂ ਲੱਗਦਾ, ਦੇਖਣ ਨੂੰ ਤਾਂ ਬੜਾ ਪੰਛੀ ਲੱਗਦਾ ਹੈ, ਇਹ ਕਿੱਦਾਂ ਸੜ ਗਿਆ? ਇਹਦੇ ਪੰਖ ਹੈ ਔਰ ਪੰਖ ਹੁੰਦਿਆਂ ਹੋਇਆਂ ਵੀ ਇਹ ਸੜ ਗਿਆ। ਕਮਾਲ ਦੀ ਗੱਲ ਹੈ। ਨਹੀਂ ਤਾਂ ਜ਼ਰਾ ਸੋਚੋ ਕਿ ਇੱਕ ਪੰਛੀ ਬੈਠਾ ਹੈ, ਕੋਈ ਮਾੜੀ ਜਿਹੀ ਮੁਸੀਬਤ ਉਹਦੇ ਵੱਲ ਜਾਂਦੀ ਹੈ ਤਾਂ ਮੁਸੀਬਤ ਦੇਖ ਕੇ ਨਾਲ ਹੀ ਉਡਾਰੀ ਮਾਰ ਜਾਂਦਾ, ਉਹਦੀ ਪੱਥਰ ਵੀ ਚੱਕ ਕੇ ਮਾਰੋ ਨਾ ਉੱਡ ਜਾਂਦਾ ਹੈ, ਕਿਉਂਕਿ ਉਹਦੇ ਪੰਖ ਉਹਨੂੰ ਬਚਾ ਲੈਂਦੇ ਹੈ, ਮੁਸੀਬਤ ਤੋਂ ਉੱਪਰ ਲੈ ਜਾਂਦੇ ਹੈ। ਪਰ ਇੱਥੇ ਬੜੀ ਹੈਰਾਨੀ ਦੀ ਗੱਲ ਹੈ, ਪੇੜ ਨੂੰ ਅੱਗ ਲੱਗੀ ਤੇ ਪੰਛੀ ਸੜ ਗਿਆ ਵਿੱਚ। ਬੜੀ ਹੈਰਾਨੀ ਦੀ ਗੱਲ ਹੈ। ਜਾਂ ਤਾਂ ਹੋਵੇ ਪਿੰਜਰੇ 'ਚ ਹੋਵੇ, ਫਿਰ ਮਹਾਰਾਜ ਜੇ ਪੇੜ ਨੂੰ ਅੱਗ ਲੱਗੀ, ਉੜਿਆ ਕਿਉਂ ਨਹੀਂ, ਸੜ ਕਿੱਦਾਂ ਗਿਆ? ਬੜਾ ਗਹਿਰਾ ਸਵਾਲ ਹੈ ਇਹ। ਕਹਿੰਦੇ ਫਕੀਰਾਂ ਨੇ ਪੰਛੀ ਨੂੰ ਹੱਥੇ ਰੱਖਿਆ, ਅੱਖਾਂ ਬੰਦ ਕੀਤੀਆਂ, 5-7 ਮਿੰਟ ਅੱਖਾਂ ਬੰਦ ਕਰਕੇ ਫਕੀਰਾਂ ਨੇ ਅੱਖਾਂ ਖੋਲੀਆਂ। ਕਹਿੰਦੇ ਇਹ ਪੰਛੀ ਪਤਾ ਕਿਉਂ ਸੜ ਗਿਆ? ਆਪਣੀ ਅਗਿਆਨਤਾ ਦੇ ਕਾਰਨ। ਕਾਹਦੇ ਕਾਰਨ ਸੜਿਆ? ਆਪਣੀ ਅਗਿਆਨਤਾ ਦੇ ਕਾਰਨ। ਉਹ ਕਹਿੰਦਾ, ਸੇਵਕ ਕਹਿੰਦੇ ਮਹਾਰਾਜ ਅਸੀਂ ਸਮਝੇ ਨਹੀਂ ਕਿ ਆਪਣੀ ਅਗਿਆਨਤਾ ਦੇ ਕਾਰਨ ਇਹ ਪੰਛੀ ਕਿੱਦਾਂ ਸੜ ਗਿਆ। ਤਾਂ ਜ਼ਰਾ ਹੁਣ ਗੌਰ ਕਰਨਾ, ਜਿੱਦਾਂ ਉਹ ਪੰਛੀ ਆਪਣੀ ਅਗਿਆਨਤਾ ਦੇ ਕਾਰਨ ਸੜਿਆ ਨਾ, ਇਸੇ ਤਰ੍ਹਾਂ ਕਿਤੇ ਨਾ ਕਿਤੇ ਜੇ ਬੰਦਾ ਅੱਜ ਦੁਖੀ ਹੈ ਨਾ, ਪਰੇਸ਼ਾਨ ਹੈ, ਬੰਦਾ ਹਾਏ ਹਾਏ ਕਰਦਾ ਹੈ, ਮੈਨੂੰ ਬੜੀ ਚਿੰਤਾ, ਬੜੀ ਟੈਨਸ਼ਨ ਹੈ, ਮੈਨੂੰ ਬੜੀਆਂ ਫਿਕਰਾਂ ਹੈ, ਤੇ ਇਹ ਵੀ ਕਿਤੇ ਨਾ ਕਿਤੇ ਇਨਸਾਨ ਆਪਣੀ ਅਗਿਆਨਤਾ ਦੇ ਕਾਰਨ ਹੀ ਉਹ ਦੁੱਖਾਂ ਦੀ ਅੱਗ ਵਿੱਚ ਸੜ ਰਿਹਾ ਹੈ। ਉਹ ਅੱਗ ਜਿਹਦੇ ਬਾਰੇ ਬਾਬਾ ਫਰੀਦ ਨੇ ਕਿਹਾ ਹੈ ਕਿ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ। ਉਹ ਕਹਿੰਦੇ ਅੱਗ ਘਰ ਘਰ ਬਲ ਰਹੀ ਹੈ ਦੁੱਖਾਂ ਪਰੇਸ਼ਾਨੀਆਂ ਦੀ, ਕਿਉਂਕਿ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ। ਹੁਣ ਇਹ ਦੁੱਖ ਦਾ ਕਾਰਨ ਕੀ ਹੈ? ਇਹ ਇਨਸਾਨ ਦੀ ਕਿਤੇ ਨਾ ਕਿਤੇ ਅਗਿਆਨਤਾ ਹੈ। ਉਹ ਕਿਹੜੀ ਅਗਿਆਨਤਾ? ਇਸ ਤੋਤੇ ਦੀ ਕਹਾਣੀ ਤੋਂ ਪਤਾ ਲੱਗੇਗਾ। ਫਕੀਰ ਕਹਿੰਦੇ ਇਹ ਤੋਤਾ ਸੜ ਗਿਆ ਆਪਣੀ ਅਗਿਆਨਤਾ ਦੇ ਕਾਰਨ। ਉਹ ਕਹਿੰਦੇ ਮਹਾਰਾਜ ਅਸੀਂ ਸਮਝੇ ਨਹੀਂ, ਇਹਦਾ ਮਤਲਬ ਕੀ ਹੈ? ਮਤਲਬ ਕਬੀਰ ਆਪਣੇ ਫਕੀਰ ਕਹਿਣ ਲੱਗੇ ਕਿ ਮਤਲਬ ਇਹਦਾ ਇਹ ਹੈ ਕਿ ਅਸੀਂ ਜੋ ਦੇਖਿਆ ਉਹ ਸਾਡੇ ਸਾਹਮਣੇ ਆਇਆ ਕਿ ਇਹ ਤੋਤਾ ਨਾ ਬਚਪਨ 'ਚ ਹੀ ਇਹਨੂੰ ਕਿਸੇ ਨੇ ਫੜ ਲਿਆ ਸੀ ਔਰ ਪਿੰਜਰੇ 'ਚ ਬੰਦ ਕਰ ਦਿੱਤਾ ਸੀ। ਔਰ ਬਚਪਨ 'ਚ ਜਦੋਂ ਤੋਤੇ ਨੂੰ ਫੜ ਲਿਆ ਜਾਂਦਾ, ਪਿੰਜਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਉਹ ਕੀ ਹੁੰਦਾ ਹੈ? ਤੋਤੇ ਨਾਲ ਉੜਨਾ ਭੁੱਲ ਜਾਂਦਾ ਹੈ, ਕਿਉਂਕਿ ਉਹਦੇ ਪੰਖਾਂ ਨੂੰ ਕਦੀ ਖੁੱਲਣ ਦਾ ਮੌਕਾ ਹੀ ਨਹੀਂ ਮਿਲਦਾ, ਉਹਨੂੰ ਕਦੀ ਉਡਾਰੀ ਮਾਰਨ ਦਾ ਮੌਕਾ ਹੀ ਨਹੀਂ ਮਿਲਦਾ। ਤਾਂ ਜਿਹੜਾ ਪੰਖ ਹੁੰਦਿਆਂ ਹੋਇਆਂ ਉੜਨਾ ਪਾਵੇ ਤੇ ਇਹਦਾ ਮਤਲਬ ਹੈ ਕਿ ਇਹਨੇ ਕਦੀ ਉੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਇਹਨੂੰ ਪਿੰਜਰੇ 'ਚ ਰੱਖਿਆ ਗਿਆ ਹੈ। ਹੁਣ ਫਕੀਰ ਕਹਿੰਦੇ ਇਹ ਤੋਤੇ ਨੂੰ ਪਿੰਜਰੇ 'ਚ ਰੱਖਿਆ ਗਿਆ ਸੀ, ਹੁਣ ਹੌਲੀ ਹੌਲੀ ਬੜਾ ਹੋ ਗਿਆ, ਇਹ ਸਰੀਰ ਤਾਂ ਇਹਦਾ ਵੱਧ ਗਿਆ, ਪਰ ਇਹਦੀ ਸਮਝ ਨਹੀਂ ਵਧੀ ਕਿ ਮੇਰਾ ਇਹ ਜੀਵਨ ਕਿਸ ਵਾਸਤੇ ਬਣਿਆ ਹੈ। ਮੈਂ ਇੱਕ ਪੰਛੀ ਹਾਂ, ਮੈਂ ਉੜ ਸਕਦਾ, ਮੈਂ ਉਡਾਰੀ ਮਾਰ ਸਕਦਾ, ਬਸ ਇਹਨਾਂ ਉਹ ਪਿੰਜਰੇ 'ਚ ਹੀ ਘੁੰਮਦਾ ਰਹਿਣਾ। ਪਿੰਜਰੇ 'ਚ ਹੀ ਬਹਿ ਗਿਆ, ਪਿੰਜਰੇ 'ਚ ਹੀ ਉੱਠ ਗਿਆ, ਪਿੰਜਰੇ 'ਚ ਹੀ ਖਾ ਲਿਆ, ਪਿੰਜਰੇ 'ਚ ਜ਼ਿੰਦਗੀ ਬੀਤੀ। ਔਰ ਇੱਕ ਦਿਨ ਆਇਆ ਕਿ ਜਦੋਂ ਇਸੇ ਤਰ੍ਹਾਂ ਕੁਝ ਸਾਲ ਇਹਨੂੰ ਹੋ ਗਏ, ਪੂਰਾ ਵੱਧ ਗਿਆ, ਤਾਂ ਜਿਹੜਾ ਉਹ ਘਰ ਦਾ ਮਾਲਿਕ ਸੀ, ਉਹਦੇ ਘਰ ਦੇ ਵਿੱਚ ਕੋਈ ਮਹਿਮਾਨ ਆਇਆ। ਉਹਨੇ ਜਦੋਂ ਇਹਨੂੰ ਦੇਖਿਆ ਤਾਂ ਉਹ ਬੜਾ ਫਕੀਰਾਂ ਨੂੰ ਮੰਨਣ ਵਾਲਾ ਸੀ। ਉਹਨਾਂ ਕਿਹਾ ਭਾਈ ਕਿਸੇ ਤੇ ਜ਼ੁਲਮ ਨਹੀਂ ਕਰੀਦਾ, ਇਹਨੂੰ ਪਿੰਜਰੇ 'ਚ ਕਿਉਂ ਰੱਖਿਆ ਹੋਇਆ ਹੈ, ਇਹਨੂੰ ਆਜ਼ਾਦ ਕਰ ਦੇ। ਕਹਿੰਦੇ ਉਹਦੇ ਕਹਿਣ ਤੇ ਉਸਨੇ ਉਹ ਤੋਤੇ ਨੂੰ ਕੱਢਿਆ, ਪਰ ਉੜਨਾ ਆਂਦਾ ਨਹੀਂ ਸੀ। ਇਹਨੂੰ ਲੈ ਕੇ ਇੱਥੇ ਜੰਗਲ 'ਚ ਆਏ, ਇਸ ਪੇੜ ਦੇ ਉੱਪਰ ਬਿਠਾ ਦਿੱਤਾ ਇਹਨੂੰ ਕਿ ਇੱਥੇ ਆਪ ਹੀ ਉੜ ਜਾਏਗਾ, ਕਿਉਂਕਿ ਥੱਲੇ ਛੱਡਿਆ ਤਾਂ ਕੋਈ ਕੁੱਤਾ ਬਿੱਲਾ ਨਾ ਖਾ ਜਾਵੇ, ਇਸ ਲਈ ਪੇੜ ਦੀ ਉੱਚੀ ਟਹਿਣੀ ਤੇ ਬਿਠਾ ਦਿੱਤਾ ਇਹਨੂੰ। ਹੁਣ ਬਿਠਾ ਦਿੱਤਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਬਿਠਾਉਣ ਦੇ ਨਾਲ ਹੀ ਗੱਲ ਨਹੀਂ ਬਣਨੀ, ਇਹਨੂੰ ਉੜਨ ਦੀ ਤਾਂ ਕਲਾ ਆਂਦੀ ਨਹੀਂ ਹੈ। ਇਸ ਲਈ ਵਿਚਾਰਾ ਉਸ ਪੇੜ ਦੀ ਟਹਿਣੀ ਤੇ ਬੈਠਾ ਰਿਹਾ, ਇੱਧਰ ਉੱਧਰ ਤਾਂ ਜਾਂਦਾ ਰਿਹਾ, ਪਰ ਉੱਥੋਂ ਉੜ ਕੇ ਕਿਤੇ ਜਾ ਨਹੀਂ ਸਕਦਾ ਸੀ। ਔਰ ਫਿਰ ਕੀ ਹੋਇਆ? ਹਾਦਸਾ ਹੋ ਗਿਆ, ਜੰਗਲ ਨੂੰ ਅੱਗ ਲੱਗ ਗਈ। ਅੱਗ ਲੱਗੀ, ਇਸ ਪੇੜ ਤੱਕ ਪਹੁੰਚੀ,
पेड़ सड़िया, हुण तोते को पंख तां सीगे पर उड़न दी कला नहीं सी, उड़न दी समझ नहीं सी, वो ज्ञान नहीं सी। इसलिए ज्ञान ना होने की वजह नाल, समझ ना होने की वजह नाल वो पंख हुंदे होए भी ये अग विच सड़ गया। फिर इहदे बारे शब्द दे विच दस्सिया है कि पंख होत भी सड़ गया, सुआ को सुधी नाही, ज्ञान बिहूना आदमी त्यों जलता जग माही। कि पंख हुंदे होए भी सुआ यानी तोता सड़ गया, इनू सुधी नहीं सी। सुधी का मतलब सुध बुद्ध नहीं सी कि मैं की कर सकता है, मेरे अंदर किहड़ी शक्ति है। ये पेड़ तो बड़ा छोटा जिहा, मैं तो उडारी मार के बहुत ऊंचाई ते जा सकता जिथे अग का कोई असर हो ही नहीं सकता, पर इनू सोची नहीं सी, समझ नहीं सी, इसलिए पंख हुंदियां होया भी ये सड़ गया। फिर अगे दसिया ज्ञान बिहूना आदमी त्यों जलता जग माही। इसी तरह इंसान भी दुनिया के दुखों की अग च क्यों जलता है, परेशानियों की अग च क्यों जलता है, चिंतावां की अग च क्यों जलता है, क्योंकि वह भी ज्ञान बिहूना है, उन्होंने समझ नहीं है। नहीं तो जरा सोचो, एडी बड़ी शक्ति साडे अंदर बैठी होवे, परमात्मा साडे अंदर होवे, सर्व शक्तिशाली परमेश्वर साडे अंदर होवे, तो फिर कोई दुख कितना साडे नेड़े आ जाए, फिर कोई टेंशन कितना होवे सानू, फिर कोई चिंता कितना होवे। जरा आप सोच के देखो, तुहाडियां चिंतावां बड़ियां जो परमात्मा बड़ा है, तुहानू अपने अंदरों ही जवाब आएगा कि मेरा रब बहुत बड़ा है, तो फिर बड़ी हैरानी की गल है, जे रब बड़ा है तो फिर असीं रब ते यकीन क्यों नहीं करते कि एडी बड़ी शक्ति मेरे अंदर है, तो मैं अपनी छोटी छोटी परेशानियों तो डर के अपने जीवन भी बर्बाद करी जाता हाँ। अपने रब ते भरोसा करिए। सो सूआ दे कोल यानी तोते कोल पंख तां सी, अगर उन्होंने ज्ञान हुंदा, सोझी हुंदी, तो जिद्दां ही अग लगनी सी उन्हें उडारी मारनी सी, उड़ जाना सी, कि अग का असर भी नहीं उत्ते होना सी। इसी तरह जिन्हों अंदर ज्ञान हुंदा है, समझ हुंदी है अपनी शक्तियां दी, पता हुंदा कि मेरे अंदर परमात्मा ने किहड़ियां किहड़ियां ताकतां रखियां है, कि मेरा प्यार, मेरा विश्वास की कुछ कर सकता है। जिहड़ा ये गल ते यकीन करता है ना, वो जदों भी देखता कोई मुसीबत आ रही है, कोई परेशानी आ रही है, तो अपनी सुरती नूं वो अपने मालिक नाल जोड़ दिंदा है, और जदों मालिक ते विश्वास कर लैंदा तो मुसीबत बड़ी छोटी लगती है उन्होंने, कि लै ये मुसीबत है, तू की डरना, और हल हो जाएगा, क्योंकि एडा वड्डा मालिक मेरे नाल है, तो हर मुश्किल का हल हो जाएगा, मैनू काहदी चिंता। हुण इत्थे भी इंसान की अज्ञानता ही इंसान के दुख का कारण बनती है। सो ये ज्ञान गुरु नाल जुड़ के ही सानू हासिल होंदा है। जिद्दां महात्मा बुद्ध नूं किसी ने पूछिया, जदों महात्मा बुद्ध ने ध्यान के जरिए, अपनी बंदगी के जरिए उस मंजिल नूं पाया, तो किसी ने सवाल किया कि महाराज ध्यान ते बह के तुहानू की मिलिया, ध्यान करन नाल तुहानू की मिलिया। जदों किसी ने महात्मा बुद्ध नूं एक क्वेश्चन किया, प्रश्न किया, सवाल किया कि ध्यान करन नाल तुहानू की मिलिया, तो महात्मा बुद्ध ने बड़ा प्यारा जवाब दिता है। हुण जे तुहाडे जीवन में चिंतावां, टेंशनां, फिक्र, डर या होर कुछ है ना, जिहड़ा बंदा कहंदा मेरा जीवन बर्बाद करता इसने, तो इस गल नूं तुसीं भी समझ लिओ कि की इशारा कर रहे महात्मा बुद्ध। जदों किसी ने पूछिया कि महाराज ध्यान करन नाल तुहानू की हासिल होया, की मिलिया, तो महात्मा बुद्ध ने बड़ा प्यारा जवाब दिता। महात्मा बुद्ध कहंदे ध्यान करन नाल मैनू मिलिया की, वो मैं दस नहीं सकदा, वो मैं शब्दां च बोल के दस नहीं सकदा, पर ध्यान करन नाल मेरा गया की, मैं गवाया की, वो मैं दस सकदा हाँ। फिर की कहंदे महात्मा बुद्ध कि ध्यान करन नाल मैं गवाया की, गया की मेरा, ध्यान करन नाल मेरा क्रोध चला गया, ध्यान करन नाल मेरी अंदर दी अशांति चली गई, ध्यान करन नाल मेरे अंदरों लोभ चला गया, ध्यान करन नाल मेरे अंदरों गुस्सा, अशांति, लोभ, क्रोध, अहंकार चला गया। जरा समझना, ये गिनी जाओ चीज़ां, कहंदे क्रोध चला गया, लोभ चला गया, अशांति चली गई, अहंकार चला गया, और मेरे अंदरों डर चला गया, मृत्यु का, बुढ़ापे का, और हर तरह की मुश्किल का डर चला गया। हुण अगर देखा जाए तो यही तो 5-6 चीज़ां हैं जिहड़ियां इंसान नूं परेशान कर दियां। महात्मा बुद्ध ने कहा मेरे अंदरों क्रोध चला गया, यह मतलब क्रोध गया तो शांति आ गई, दया आ गई, मेरे अंदरों अशांति गई, यानी जिहड़ा मन अशांत हो जाता सी, ध्यान करन नाल शांत हो गया।
ਹੁਣ ਹਾਲਾਤ ਜਿੱਦਾਂ ਦੇ ਮਰਜ਼ੀ, ਹੁਣ ਮੇਰੇ ਅੰਦਰ ਸਦਾ ਸ਼ਾਂਤੀ ਰਹਿੰਦੀ ਹੈ। ਮੇਰੇ ਅੰਦਰੋਂ ਹੰਕਾਰ ਚਲਾ ਗਿਆ, ਨਿਮਰਤਾ ਆ ਗਈ। ਸਮਝਦੇ ਹੋ ਕਿ ਨਹੀਂ? ਮੇਰੇ ਅੰਦਰੋਂ ਲੋਭ ਚਲਾ ਗਿਆ, ਹੁਣ ਕੋਈ ਲਾਲਚ ਨਹੀਂ ਰਹਿ ਗਿਆ। ਹੁਣ ਮੇਰੇ ਅੰਦਰ ਬਸ ਜਿੱਦਾਂ ਕਹਿੰਦੇ ਨਾ, ਕਰੁਣਾ ਆ ਗਈ, ਪਿਆਰ ਆ ਗਿਆ, ਸਭ ਦੀ ਫਿਕਰ ਆ ਗਈ। ਕਿਉਂਕਿ ਲਾਲਚੀ ਬੰਦਾ ਹਮੇਸ਼ਾ ਆਪਣੇ ਬਾਰੇ ਸੋਚਦਾ ਹੈ, ਤਾਂ ਜਿਹਦਾ ਲਾਲਚ ਚਲਾ ਜਾਵੇ ਉਹ ਸਭ ਦੇ ਬਾਰੇ ਸੋਚਦਾ ਹੈ। ਸਮਝ ਆ ਰਹੀ ਕਿ ਨਹੀਂ? ਔਰ ਮੇਰੇ ਅੰਦਰੋਂ ਡਰ ਚਲਾ ਗਿਆ, ਚਿੰਤਾ ਚਲੀ ਗਈ। ਕਿਉਂਕਿ ਬੰਦਾ ਬੜੀਆਂ ਚਿੰਤਾਵਾਂ ਕਰਦਾ ਹੈ, ਪਰ ਧਿਆਨ ਕਰਨਾ ਮੇਰੀਆਂ ਸਾਰੀਆਂ ਚਿੰਤਾਵਾਂ ਚਲੀਆਂ ਗਈਆਂ। ਔਰ ਡਰ ਵੀ ਚਲਾ ਗਿਆ। ਕਿਹੜਾ ਕਿਹੜਾ ਡਰ ਕਿਹਾ ਮਹਾਤਮਾ ਬੁੱਧ ਨੇ? ਕਹਿੰਦੇ ਮ੍ਰਿਤਿੂ ਦਾ ਡਰ ਚਲਾ ਗਿਆ, ਬੁਢਾਪੇ ਦਾ ਡਰ ਚਲਾ ਗਿਆ, ਔਰ ਨਾਲ ਨਾਲ ਮੁਸੀਬਤਾਂ ਪਰੇਸ਼ਾਨੀਆਂ ਦਾ ਡਰ ਵੀ ਚਲਾ ਗਿਆ। ਕਿਉਂਕਿ ਇਹ ਵੀ ਡਰ ਹੁੰਦਾ, ਹਾਏ ਮੇਰੇ ਤੇ ਆਹ ਮੁਸੀਬਤ ਨਾ ਆ ਜਾਵੇ, ਹਾਏ ਮੇਰੇ ਨਾਲ ਬੁਰਾ ਨਾ ਹੋ ਜਾਵੇ। ਜਾਂ ਫਿਰ ਬੰਦੇ ਨੂੰ ਡਰ ਹੁੰਦਾ ਬੁਢਾਪੇ 'ਚ ਮੇਰਾ ਕੀ ਬਣੇਗਾ, ਜਦੋਂ ਮੈਂ ਬੁੜਾ ਹੋ ਗਿਆ ਮੇਰਾ ਕੀ ਬਣੇਗਾ। ਜਾਂ ਫਿਰ ਮੌਤ ਦਾ ਡਰ ਹੁੰਦਾ, ਮੌਤ 'ਚ ਮੇਰੇ ਨਾਲ ਕੀ ਹੋਏਗਾ, ਜੇ ਮੇਰੀ ਮੌਤ ਆ ਗਈ ਪਤਾ ਨਹੀਂ ਮੇਰਾ ਕੀ ਬਣਨਾ ਹੈ। ਮਰਨ ਤੋਂ ਬੰਦਾ ਡਰਦਾ ਹੈ। ਮਹਾਤਮਾ ਬੁੱਧ ਕਹਿੰਦੇ ਧਿਆਨ ਕਰਕੇ ਮਿਲਿਆ ਕੀ, ਉਹ ਮੈਂ ਬੋਲ ਕੇ ਨਹੀਂ ਦੱਸ ਸਕਦਾ। ਉਹ ਤਾਂ ਆਨੰਦ ਹੈ, ਜਿਹਨੂੰ ਸ਼ਬਦਾਂ 'ਚ ਬਿਆਨ ਕੀਤਾ ਨਹੀਂ ਜਾ ਸਕਦਾ। ਪਰ ਮੈਂ ਇਹ ਦੱਸ ਸਕਦਾ ਕਿ ਧਿਆਨ ਕਰਨਾ ਮੇਰਾ ਗਿਆ ਕੀ। ਹੁਣ ਤੁਸੀਂ ਵੀ ਸਮਝ ਲਓ, ਕ੍ਰੋਧ, ਚਿੰਤਾ, ਡਰ, ਅਹੰਕਾਰ, ਅਸ਼ਾਂਤੀ, ਲੋਭ ਚਲਾ ਗਿਆ। ਹੁਣ ਇੱਥੋਂ ਕੀ ਪਤਾ ਲੱਗਦਾ ਹੈ? ਫਿਰ ਮਹਾਤਮਾ ਬੁੱਧ ਕਹਿੰਦੇ ਹੈ ਕਿ ਜਿਹੜਾ ਵੀ ਚਾਹੁੰਦਾ ਹੈ ਮੇਰੇ ਜੀਵਨ 'ਚੋਂ ਇਹ ਚੀਜ਼ਾਂ ਚਲੀਆਂ ਜਾਣ ਔਰ ਮੇਰੇ ਜੀਵਨ 'ਚ ਆਨੰਦ ਆ ਜਾਵੇ, ਫਿਰ ਉਹਨੂੰ ਚਾਹੀਦਾ ਮੈਡੀਟੇਸ਼ਨ ਕਰਨ, ਧਿਆਨ ਕਰਨ, ਸਿਮਰਨ ਕਰਨ। ਹੁਣ ਜ਼ਰਾ ਗੌਰ ਕਰਨਾ, ਅੱਜ ਬੰਦਾ ਇਹ ਤਾਂ ਚਾਹੁੰਦਾ ਆ ਕਿ ਮੇਰੇ ਜੀਵਨ 'ਚ ਕੋਈ ਚਿੰਤਾ ਨਾ ਹੋਵੇ, ਕੋਈ ਡਰ ਨਾ ਹੋਵੇ, ਮੇਰੇ ਜੀਵਨ 'ਚ ਕ੍ਰੋਧ ਨਾ ਹੋਵੇ। ਪਰ ਹੁਣ ਮਹਾਤਮਾ ਬੁੱਧ ਨੇ ਦੱਸਿਆ ਕਿ ਚੀਜ਼ਾਂ ਜਾਣਗੀਆਂ, ਪਰ ਉਹਦੇ ਵਾਸਤੇ ਸਾਨੂੰ ਮੈਡੀਟੇਸ਼ਨ, ਧਿਆਨ, ਸਿਮਰਨ ਕਰਨਾ ਪੈਣਾ ਹੈ। ਅੱਜ ਅਸੀਂ ਮੈਡੀਟੇਸ਼ਨ ਕਰਨ ਨੂੰ ਤਿਆਰ ਨਹੀਂ ਹੈ, ਸਿਮਰਨ ਕਰਨ ਨੂੰ ਤਿਆਰ ਨਹੀਂ ਹੈ, ਤਾਂ ਚਾਹੁੰਦੇ ਹਾਂ ਕਿ ਮੇਰੇ ਜੀਵਨ 'ਚ ਸ਼ਾਂਤੀ ਆ ਜਾਵੇ, ਮੇਰੇ ਜੀਵਨ 'ਚ ਖੁਸ਼ੀ ਆ ਜਾਵੇ, ਮੇਰੇ ਜੀਵਨ 'ਚ ਆਨੰਦ ਆ ਜਾਵੇ, ਮੇਰੀਆਂ ਸਾਰੀਆਂ ਚਿੰਤਾਵਾਂ, ਕ੍ਰੋਧ, ਡਰ, ਲੋਭ, ਹੰਕਾਰ ਦੂਰ ਹੋ ਜਾਵੇ। ਉਹ ਦੱਸ ਰਹੇ ਹੈ ਕਿ ਚੀਜ਼ਾਂ ਉਦੋਂ ਹੀ ਜਾਂਦੀਆਂ ਜਦੋਂ ਤੂੰ ਸਿਮਰਨ ਕਰਦਾ, ਮੈਡੀਟੇਸ਼ਨ ਕਰਦਾ, ਧਿਆਨ ਕਰਦਾ ਹੈ। ਹੁਣ ਅਗਰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਚਾਹੀਦਾ ਹੈ ਤਾਂ ਸਾਨੂੰ ਮੈਡੀਟੇਸ਼ਨ ਵਾਸਤੇ ਟਾਈਮ, ਧਿਆਨ ਵਾਸਤੇ ਟਾਈਮ, ਸਿਮਰਨ ਵਾਸਤੇ ਟਾਈਮ ਕੱਢਣਾ ਚਾਹੀਦਾ ਹੈ। ਪਰ ਉਹ ਟਾਈਮ ਵੀ ਉਹੀ ਕੱਢੇਗਾ ਜਿਹਨੂੰ ਯੁਕਤੀ ਦਾ ਪਤਾ ਹੋਵੇ ਕਿ ਧਿਆਨ ਕਰਨ ਦੀ, ਸਿਮਰਨ ਕਰਨ ਦੀ ਯੁਕਤੀ ਕੀ ਹੈ, ਵਿਧੀ ਕੀ ਹੈ। ਕਿਉਂਕਿ ਬਿਨਾਂ ਵਿਧੀ ਤੋਂ ਬੰਦਾ ਕੀ ਕਰੇਗਾ? ਹੁਣ ਜਰਾ ਸੋਚੋ, ਜਿਨ੍ਹਾਂ ਨੇ ਨਾਮਦਾਨ ਨਹੀਂ ਲਿਆ ਜਾਂ ਜਿਨ੍ਹਾਂ ਕੋਲ ਹਲੇ ਯੁਕਤੀ ਨਹੀਂ ਹੈ, ਉਹ ਕੀ ਕਰਨਗੇ? ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕੀ ਹੈ। ਸੋ ਹਰ ਚੀਜ਼ ਨੂੰ ਕਰਨ ਦੀ ਇੱਕ ਵਿਧੀ ਹੁੰਦੀ ਹੈ। ਇਸ ਲਈ ਕਬੀਰ ਸਾਹਿਬ ਵੀ ਉਹੀ ਗੱਲ ਕਹਿ ਰਹੇ ਹੈ ਕਿ ਬਿਨਾਂ ਗੁਰੂ ਤੋਂ ਜੀਵਨ ਇਦਾਂ ਅੰਧੇਰਾ, ਜਿੱਦਾਂ ਬਿਨਾਂ ਰੋਸ਼ਨੀ ਤੋਂ ਘਰ ਦੀ ਹਾਲਤ ਹੁੰਦੀ ਹੈ ਨਾ, ਕਿ ਘਰ ਦੀ ਸੁੰਦਰਤਾ, ਘਰ ਦੀ ਸ਼ੋਭਾ ਪ੍ਰਕਾਸ਼ ਨਾਲ ਹੁੰਦੀ ਹੈ। ਤਾਂ ਹੀ ਤੁਸੀਂ ਦੇਖਦੇ ਹੋ ਵਿਆਹ ਸ਼ਾਦੀ ਹੁੰਦੀ ਤਾਂ ਬੰਦਾ ਕਿੰਨੀਆਂ ਰੋਸ਼ਨੀਆਂ ਕਰਦਾ ਹੈ, ਔਰ ਰੋਸ਼ਨੀ ਕਰਨ ਨਾਲ ਛੋਟੇ ਤੋਂ ਛੋਟਾ ਘਰ ਵੀ ਬੜਾ ਸੋਹਣਾ ਲੱਗਦਾ ਹੈ। ਲੱਗਦਾ ਕਿ ਨਹੀਂ? ਜਦੋਂ ਦੀਵੇ ਜਗ ਜਾਂਦੇ ਆ, ਲਾਈਟਾਂ, ਲੜੀਆਂ ਲਟਕਾ ਦਿਓ ਤਾਂ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ। ਇਸੇ ਤਰ੍ਹਾਂ ਜਦੋਂ ਜੀਵਨ ਦੇ ਵਿੱਚ ਉਹ ਪ੍ਰਭੂ ਦੇ ਘਰ ਦਾ ਪ੍ਰਕਾਸ਼ ਆਉਂਦਾ, ਸ਼ਬਦ ਦਾ ਪ੍ਰਕਾਸ਼ ਆਉਂਦਾ, ਗਿਆਨ ਦਾ ਪ੍ਰਕਾਸ਼ ਆਉਂਦਾ, ਤਾਂ ਜੀਵਨ ਵੀ ਸੁੰਦਰ ਹੋ ਜਾਂਦਾ ਹੈ। ਤਾਂ ਹੀ ਤਾਂ ਤੁਸੀਂ ਕਈ ਵਾਰ ਦੇਖੋਗੇ ਕਈ ਇਨਸਾਨਾਂ ਦੇ ਕੋਲ ਨਾ ਘਰ ਛੋਟਾ ਹੋਏਗਾ, ਪੈਸਾ ਘੱਟ ਹੋਏਗਾ, ਕੱਪੜਾ ਸਧਾਰਨ ਹੋਏਗਾ, ਪਰ ਜੀਵਨ ਉਹਨਾਂ ਦਾ ਇੰਨਾ ਸੋਹਣਾ ਹੋਏਗਾ ਕਿ ਜਿੱਧਰ ਦੀ ਜਾਣਗੇ ਲੋਕੀ ਤਾਰੀਫ ਕਰਨਗੇ, ਬੰਦਾ ਬੜਾ ਚੰਗਾ ਹੈ। ਕਿਉਂਕਿ ਉਹਦੇ ਕੋਲ ਗਿਆਨ ਹੈ ਗੁਰੂ ਦਾ, ਉਹਦੇ ਕੋਲ ਸਮਝ ਹੈ, ਉਹਦੇ ਕੋਲ ਜੀਵਨ ਜੀਣ ਦਾ ਤਰੀਕਾ ਹੈ। ਤਾਂ ਕਈਆਂ ਕੋਲ ਜਿੱਦਾਂ ਦੱਸਿਆ ਪੈਸਾ ਸਭ ਕੁਝ ਹੀ ਹੈ, ਪਰ ਉਹਨਾਂ ਦੀ ਬੋਲ ਬਾਣੀ, ਉਹਨਾਂ ਦਾ ਤੁਰਨਾ ਫਿਰਨਾ, ਉਹਨਾਂ ਦਾ ਸਲੂਕ ਹੀ ਇਦਾਂ ਦਾ ਹੁੰਦਾ ਕਿ ਦੂਜੇ ਬੰਦੇ ਨੂੰ ਤਕਲੀਫ ਹੀ ਦਿੰਦੇ ਆ। ਸਮਝ ਆ ਰਹੀ ਕਿ ਨਹੀਂ? ਇਸ ਲਈ ਇਹ ਚੀਜ਼ ਦਾ ਖਾਸ ਸਾਨੂੰ ਖਿਆਲ ਰੱਖਣਾ ਪੈਣਾ। ਅਗਰ ਜੀਵਨ 'ਚ ਅਸੀਂ ਰਹਿਮਤਾਂ ਚਾਹੁੰਦੇ ਹਾਂ, ਬਰਕਤਾਂ ਚਾਹੁੰਦੇ ਹਾਂ, ਔਰ ਚਾਹੁੰਦੇ ਹਾਂ ਜੀਵਨ ਦੀ ਅਸ਼ਾਂਤੀ ਚਲੀ ਜਾਵੇ, ਜੀਵਨ 'ਚ ਸ਼ਾਂਤੀ ਆ ਜਾਵੇ, ਚਿੰਤਾਵਾਂ ਚਲੀਆਂ ਜਾਣ, ਜੀਵਨ 'ਚ ਖੁਸ਼ੀਆਂ ਆ ਜਾਣ, ਡਰ ਚਲਾ ਜਾਵੇ, ਜੀਵਨ 'ਚ ਨਿਡਰਤਾ ਆਵੇ, ਕ੍ਰੋਧ ਚਲਾ ਜਾਵੇ, ਜੀਵਨ 'ਚ ਪਿਆਰ ਆਵੇ, ਤਾਂ ਫਿਰ ਉਹਦੇ ਵਾਸਤੇ ਗੁਰੂ ਦੇ ਨਾਲ ਜੁੜ ਕੇ ਮੈਡੀਟੇਸ਼ਨ ਕਰੀਏ, ਧਿਆਨ ਕਰੀਏ। ਕਿਉਂਕਿ ਇਹ ਸਾਨੂੰ ਅੰਦਰਲੇ ਉਸ ਆਨੰਦ ਨਾਲ ਜੋੜਦਾ ਹੈ। ਜਿੱਦਾਂ ਦੱਸਿਆ ਨਾ, ਸੂਆ ਦੇ ਅੰਦਰ ਹੀ ਪੰਖ ਹੈ, ਤਾਕਤ ਹੈ ਉੜਨ ਦੀ, ਪਰ ਗਿਆਨ ਨਾ ਹੋਣ ਕਰਕੇ ਸੜੀ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਅੰਦਰ ਵੀ ਇਹ ਸਭ ਕੁਝ ਹੀ ਹੈ, ਸ਼ਾਂਤੀ ਵੀ ਹੈ, ਆਨੰਦ ਵੀ ਹੈ, ਖੁਸ਼ੀਆਂ ਵੀ ਹੈ, ਕਾਮਯਾਬੀ ਹੈ, ਸਫਲਤਾ ਹੈ। ਉਹ ਪ੍ਰਮਾਤਮਾ ਦੀ ਬਹੁਤ ਬੜੀ ਕਿਰਪਾ ਹੈ। ਪਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ, ਯਕੀਨ ਨਹੀਂ ਕਰਦੇ, ਉਹਨੂੰ ਹਾਸਲ ਕਰਨ ਦੀ ਯੁਕਤੀ ਨਹੀਂ ਸਿੱਖਦੇ, ਔਰ ਸਾਡਾ ਜੀਵਨ ਇੱਦਾਂ ਹੀ ਤੜਫਦਿਆਂ ਤੜਫਦਿਆਂ ਗੁਜ਼ਰ ਜਾਂਦਾ ਹੈ। ਇਸ ਲਈ ਇੱਕ ਗੱਲ ਕਵਾਂਗੇ ਕਿ ਅਗਰ ਜੀਵਨ ਨੂੰ ਆਨੰਦ ਨਾਲ ਭਰਪੂਰ ਕਰਨਾ ਹੈ ਤਾਂ ਫਿਰ ਆਨੰਦ ਤੁਹਾਡੇ ਅੰਦਰ ਰੱਖਿਆ ਹੈ ਉਸ ਮਾਲਿਕ ਨੇ, ਕਿਉਂਕਿ ਉਹ ਆਪ ਤੁਹਾਡੇ ਅੰਦਰ ਬੈਠਾ ਹੈ। ਔਰ ਜਿੱਥੇ ਉਹ ਆਪ ਬੈਠਾ ਹੋਵੇ ਉੱਥੇ ਆਨੰਦ ਦੀ, ਖੁਸ਼ੀਆਂ ਦੀ ਤਾਂ ਕਮੀ ਕਦੀ ਹੋ ਹੀ ਨਹੀਂ ਸਕਦੀ। ਬਸ ਜ਼ਰੂਰਤ ਹੈ ਸਮਝਣ ਦੀ ਕਿ ਉਸ ਆਨੰਦ ਤੱਕ ਪਹੁੰਚਿਆ ਕਿੱਦਾਂ ਜਾਵੇ।
इसलिए अपने अंदर एक विश्वास पैदा करना शुरू करो कि मेरा मालिक मेरे रोम रोम च वसदा है, मेरा मालिक मेरे अंदर वसदा है। और वैसे भी जिदा जीव ने सवाल किया है ਉਹਦਾ भी जवाब दे दईए, तो समा काफ़ी हो गया है कि जीव ने सवाल किया कि मालिको बिस्मिल्लाह रहमान रहीम का मतलब की है। जरा समझना सारे ने कि उन्हें सवाल किया जलंधर तो जीव है कि बिस्मिल्लाह रहमान रहीम का मतलब की है। तो हुण अगर ये देखा जाए कि दुनिया जो मतलब कहती है बिस्मिल्लाह रहमान रहीम का मतलब है शुरू करदा आ वो रब का नाम लैके जो बड़ा ही दयालु कृपालू है, जो सब ते रहम करने वाला है। क्योंकि ये अंदर दो लफ्ज आए हैं, रहमान और रहीम। समझते हो कि नहीं? रहमान का मतलब होंदा दयालु कृपालू, रहीम का मतलब वो परमात्मा, वो भगवान, वो खुदा जो सब ते रहमत करता, सब नूं बख्शणहार है, बड़े तो बड़े गुनाहगार नूं भी वो बख्श दिंदा। और बिस्मिल्लाह का मतलब है शुरू करते हैं ਉਹਦਾ नाम लैके, जो रहमान है सब ते कृपा करने वाला है और रहीम है। पर जदों आम देखा जाए तो यह अर्थ लिखिया जाता है बिस्मिल्लाह रहमान रहीम का, पर ਇਹਦਾ ਕੀ ਇੰਨਾ ਹੀ अर्थ है या ਇਹਦੀ होर भी कोई गहराई है? तो ਇਹਦੀ होर भी गहराई जिथे तक ऐसी समझिया है तो असीं कहते ਇੰਨਾ ही अर्थ नहीं है, ਇਹਦੀ बहुत बड़ी गहराई है। ਅੱਜ ਉਹ गहराई ਨੂੰ थोड़ा जिहा समझाना है, क्योंकि जो साढ़े को क्वेश्चन आता तो साड़ी कोशिश होंदी है कि ਉਹਦੀ पूरी गहराई ਨੂੰ खोल के दसिया जाए। सो जिस तरह दसिया कि कहा गया बिस्मिल्लाह रहमान रहीम, तो की ਇਹਦਾ मतलब यह है कि शुरू करते हैं वो परमात्मा का नाम लैके जो बड़ा कृपालू है, बड़ा दयालु है, बड़ी रहमत करने वाला है, सबनों बख्शण वाला है, या होर भी है। तो हुण जिस तरह यही दसिया कि दो लफ्ज आते हैं रहमान और रहीम। और अगर देखा जाए रहमान और रहीम अंदर एक चीज सेम है, वो है रा हा मा, रहम। जरा गौर करना, रहीम के अंदर भी रा हा मा है और रहमान के अंदर भी रा हा मीम यानी मां है, रहमान रहीम। तो जदों रहमान रहीम के अंदर ये तीन अखर आते रहम, तो फिर रहम का मतलब की है? तो जरा गहराई च जाके देखना कि ਇਹਦਾ मतलब बनता रहमे मादर। अगर तुसी सर्च करो ना रहमे मादर, रहम लिख के रा हा मा फिर ए लिख के मादर लिखो, तो ਇਹਦਾ मतलब की बनता है रहमे मादर। ये अरबी का लफज है जिहदा हिंदी च मतलब बनता है मां दी कोख, मां दी गोद। मादर यानी मां, रहम कह देंगे आ मां दी कोख नूं, मां दे गर्भ नूं जिथे बच्चा 9 महीने रहता है। हुण जरा समझना ये शब्द अर्थ की दसदा है बिस्मिल्लाह रहमान रहीम का मतलब की है कि बिस्मिल्लाह यानी शुरुआत विच वो परमात्मा का नाम लैके। हुण आ गया रहमे मादर, यानी वो परमात्मा शुरुआत करता है उदों तेरे जीवन की जदों तू अपने मां दे किथे हुंदा है, गर्भ च हुंदा है। रहमे मादर, मां दे गर्भ च जदों तेरी जिंदगी शुरू हुंदी है ना, वो शुरुआत भी ओदे हुक्म नाल ही हुंदी है। तां ही गुरबाणी कहंदी ना कल्ले आए नानका सद्दे घलदा कौन है? वो कहंदे ओदे नाम तो ही तेरे जीवन की, तेरियां धड़कनां दी, तेरी जिंदगी की शुरुआत हुंदी है। और फिर कहंदे रहम रहीम, यानी जदों तू मां दे गर्भ च हुंदा है तो इन्ना कृपालू है, इन्ना दयालु है कि मां दे गर्भ विच ओ रहम दे विच यानी मां दी कोख दे विच ਉਹ ਤੇ ਇੰਨੀ ਕਿਰਪਾ ਕਰਦਾ ਹੈ ਕਿ ਉੱਥੇ ਜਿਹੜੀ ਚੀਜ਼ ਦੀ ਤੈਨੂੰ ਜ਼ਰੂਰਤ ਹੁੰਦੀ ਹੈ ਉਹ ਤੇਰੀਆਂ ਸਾਰੀਆਂ ਜ਼ਰੂਰਤਾਂ ਬਿਨਾ ਬੋਲਿਆਂ ਬਿਨਾ ਕਿਹਾ ਉੱਥੇ ਪੂਰੀਆਂ ਕਰਦਾ ਹੈ। ਕਰਦਾ ਕਿ ਨਹੀਂ? ਨਹੀਂ ਤਾਂ ਜ਼ਰਾ ਸੋਚ ਕੇ ਦੇਖੋ, ਜਿਹੜੀ ਮਾਂ ਇਸ ਲਈ ਗਰਭਵਤੀ ਹੈ ਨਾ, ਜਿਹਦੇ ਪੇਟ 'ਚ ਗਰਭ ਹੈ, ਚਾਹੇ 2 ਮਹੀਨੇ ਦਾ, 4 ਮਹੀਨੇ ਦਾ, 6 ਮਹੀਨੇ ਦਾ, ਪੁੱਛ ਕੇ ਦੇਖੋ ਉਹਨੂੰ ਕਿ ਤੂੰ ਆਪਣੇ ਬੱਚੇ ਵਾਸਤੇ ਕੀ ਕਰਦੀ ਹੈ, ਕੀ ਕਰ ਰਹੀ ਹੈ, ਤੈਨੂੰ ਪਤਾ ਅੰਦਰ ਕੀ ਬਣ ਰਿਹਾ ਹੈ। ਔਰਤ ਨੂੰ ਪੁੱਛੋ ਲੜਕਾ ਹੈ ਅੰਦਰ, ਲੜਕੀ ਹੈ, कि तेनों पता लगता हथ कदों बनने हैं, नक कदों बनना है, अखां कदों बननिया है, दिल कदों बनना है, धड़कना कदों है, कुछ नहीं मां नूं पता। मां नूं तो इन्ना पता कि हुण इन्ने महीने का गर्भ है और अंदर दिल धड़कदा है या नहीं, अंग सही सलामत है या नहीं, ये मां नूं नहीं पता हुंदा। इहदे वास्ते स्कैनिंग करानी पैंदी है, जाके डॉक्टर देखता है कि हाँ भी अंग सही है, धड़कन ठीक है, तो बंदा कहता हाँ बच्चा ठीक है, तंदुरुस्त है। ये तो मां नूं पता ही नहीं। जे अंदर बच्चा मर जाए तो भी मां नूं नहीं पता लगता, वो भी डॉक्टर दसदे है कि भाई बच्चे की धड़कन है नहीं, इसलिए बच्चा डेड है। हालांकि पता तो मां नूं होना चाहिए कि मेरे अंदर है,
ਪਰ ਨਹੀਂ, ਮਾਂ ਨੂੰ ਵੀ ਪਤਾ ਨਹੀਂ ਕਿ ਮੇਰੇ ਅੰਦਰ ਚੱਲ ਕੀ ਰਿਹਾ ਹੈ। ਬੱਚਾ ਕਦੋਂ ਦਿਲ ਧੜਕਦਾ ਹੈ, ਕਦੋਂ ਉਹਦੇ ਅੰਦਰ ਜ਼ਿੰਦਗੀ ਆਉਂਦੀ ਹੈ, ਕਦੋਂ ਸਵਾਸ ਚੱਲਦੀ ਹੈ। ਔਰ ਦੇਖੋ ਬਾਹਰ ਜਿੰਨੀ ਮਰਜ਼ੀ ਸਰਦੀ ਹੋਵੇ, ਹੁਣ ਇਸ ਵੇਲੇ ਠੰਡ ਹੈ ਨਾ, ਬੰਦਾ ਗਰਮ ਕੱਪੜੇ ਪਾ ਕੇ ਬੈਠਾ ਹੈ, ਹੌਲੀ ਹੌਲੀ ਦਸੰਬਰ 'ਚ ਠੰਡ ਵੱਧਦੀ ਚਲੀ ਜਾਂਦੀ ਹੈ। ਹੁਣ ਬਾਹਰ ਜਿੰਨੀ ਮਰਜ਼ੀ ਠੰਡ ਹੋਵੇ, ਪਰ ਪ੍ਰਮਾਤਮਾ ਨੇ ਗਰਭ ਦਾ ਟੈਂਪਰੇਚਰ ਇਦਾਂ ਰੱਖਿਆ ਕਿ ਚਾਹੇ ਬਾਹਰ ਬਰਫ਼ ਪੈਂਦੀ ਹੋਵੇ ਪਰ ਬੱਚੇ ਨੂੰ ਅੰਦਰ ਠੰਡ ਨਹੀਂ ਲੱਗਦੀ, ਕਿਉਂਕਿ ਅੰਦਰ ਦਾ ਟੈਂਪਰੇਚਰ ਇਦਾਂ ਸੈੱਟ ਕੀਤਾ ਹੋਇਆ ਹੈ ਕਿ ਚਾਹੇ ਬਾਹਰ ਜਿੰਨੀ ਮਰਜ਼ੀ ਗਰਮੀ ਹੋਵੇ, ਬੰਦਾ ਕਹੇ ਜੂਨ ਜੁਲਾਈ ਦਾ ਮਹੀਨਾ, ਮਾਂ ਧੁੱਪੇ ਖੜੀ ਹੈ, ਮਾਂ ਨੂੰ ਪਸੀਨਾ ਆਏਗਾ ਪਰ ਬੱਚੇ ਨੂੰ ਅੰਦਰ ਗਰਮੀ, ਇਹ ਕਦੀ ਨਹੀਂ ਹੋਏਗਾ ਕਿ ਬੱਚੇ ਦੀ ਸਕਿਨ ਸੜ ਗਈ ਧੁੱਪ ਨਾਲ, ਨਹੀਂ, ਕਿਉਂਕਿ ਪ੍ਰਮਾਤਮਾ ਨੇ ਅੰਦਰਲਾ ਟੈਂਪਰੇਚਰ ਇਦਾਂ ਦਾ ਸੈੱਟ ਕੀਤਾ ਹੈ ਕਿ ਉਹਨੂੰ ਪਤਾ ਹੈ ਕਿ ਇੱਥੇ ਇਹਦਾ ਧਿਆਨ ਮੈਂ ਰੱਖਣਾ ਆ। ਜੇ ਬਾਹਰ ਸਰਦੀ ਹੈ ਤਾਂ ਸਰਦੀ ਤੋਂ ਵੀ ਮੈਂ ਬਚਾਣਾ, ਬਾਹਰ ਗਰਮੀ ਹੈ ਤਾਂ ਗਰਮੀ ਤੋਂ ਵੀ ਮੈਂ ਬਚਾਣਾ ਹੈ। ਜਦੋਂ ਇਹਨੂੰ ਭੁੱਖ ਲੱਗਣੀ ਹੈ ਤਾਂ ਉਹ ਖੁਰਾਕ ਵੀ ਮੈਂ ਦੇਣੀ ਹੈ, ਜਦੋਂ ਪਿਆਸ ਲੱਗਣੀ ਹੈ ਪਾਣੀ ਵੀ ਮੈਂ ਦੇਣਾ ਹੈ, ਔਰ ਜਿੱਥੇ ਇਹਨੂੰ ਜਿਸ ਅੰਗ ਦੀ ਜ਼ਰੂਰਤ ਹੈ ਉਹ ਅੰਗ ਵੀ ਮੈਂ ਤਿਆਰ ਕਰਨਾ ਹੈ। ਇਹਨੂੰ ਕਹਿੰਦੇ ਬਿਸਮਿਲ੍ਲਾ ਰਹਿਮ, ਰਹਿਮ ਯਾਨੀ ਮਾਂ ਦੀ ਕੋਖ, ਉਹ ਰਹੀਮ ਹੈ, ਸਾਰੀਆਂ ਜ਼ਰੂਰਤਾਂ ਉੱਥੇ ਪੂਰੀਆਂ ਕਰ ਰਿਹਾ ਹੈ। ਮਾਤਾ ਪਿਤਾ ਦੇ ਹੱਥ 'ਚ ਪਤਾ ਹੀ ਨਹੀਂ ਹੈ, ਉਹਨਾਂ ਨੂੰ ਕੁਛ ਹੈ ਹੀ ਨਹੀਂ। ਜ਼ਰਾ ਸੋਚ ਕੇ ਦੇਖੋ ਇਹਦਾ ਅਰਥ ਕੀ ਹੈ ਬਿਸਮਿਲ੍ਲਾ ਰਹਿਮਾਨੇ ਰਹੀਮ, ਕਿ ਜਦੋਂ ਤੂੰ ਰਹਿਮ 'ਚ ਸੀ, ਆਪਣੀ ਮਾਂ ਦੇ ਗਰਭ 'ਚ ਸੀ, ਉਦੋਂ ਉਹਨੇ ਤੈਨੂੰ ਸ਼ੁਰੂਆਤ ਕੀਤੀ, ਤੇਰੇ ਜੀਵਨ ਦੀ ਸ਼ੁਰੂਆਤ ਕੀਤੀ, ਤੇਰੀਆਂ ਸਾਰੀਆਂ ਜ਼ਰੂਰਤਾਂ ਨੂੰ ਉਹਨੇ ਪੂਰਾ ਕੀਤਾ, ਤੇਰਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ। ਨਾ ਤੈਨੂੰ ਸਰਦੀ ਦੀ ਚਿੰਤਾ, ਨਾ ਤੈਨੂੰ ਗਰਮੀ ਦੀ ਚਿੰਤਾ, ਨਾ ਤੈਨੂੰ ਭੋਜਨ ਦੀ ਚਿੰਤਾ, ਨਾ ਤੈਨੂੰ ਪਾਣੀ ਦੀ ਚਿੰਤਾ, ਕਿਉਂਕਿ ਪਤਾ ਪਰਮਾਤਮਾ ਨੂੰ ਕਿ ਇੱਥੇ ਬੱਚਾ ਕੁਝ ਨਹੀਂ ਕਰ ਸਕਦਾ, ਇਹ ਮੇਰੇ ਰਹਿਮੋ ਕਰਮ ਤੇ ਹੈ, ਉਹ ਧਿਆਨ ਰੱਖਦਾ ਹੈ। ਫਿਰ ਇੱਕ ਟਾਈਮ ਆਉਂਦਾ ਹੈ, ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਆਪ ਦੇਖੋ, ਪੜ੍ਹ ਕੇ ਦੇਖੋ ਕਿ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਕਿ ਜਦੋਂ ਬੱਚਾ 9 ਮਹੀਨੇ ਦਾ ਉਹਦਾ ਸੰਪੂਰਨ ਹੋ ਜਾਂਦਾ ਹੈ, ਸੰਪੂਰਨ ਦਾ ਮਤਲਬ ਉਹਦੇ ਸਾਰੇ ਅੰਗ ਬਣ ਜਾਂਦੇ ਹੈ। ਕਈ ਵਾਰ ਕਈ ਮਾਤਾ ਪਿਤਾ ਕਹਿੰਦੇ ਆ ਨਾ ਕਿ 9 ਮਹੀਨੇ ਦਾ ਟਾਈਮ ਹੋ ਗਿਆ, ਬੱਚੇ ਦੀ ਪੈਦਾਇਸ਼ ਨਹੀਂ ਹੋਈ, ਔਰ 9 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ, ਬੱਚੇ ਦੀ ਪੈਦਾਇਸ਼ ਨਹੀਂ ਹੋਈ, ਤਾਂ ਕਾਲੇ ਨਾ ਪਿਆ ਕਰੋ, ਕਿਉਂਕਿ ਕੁਦਰਤ ਦੇਖਦੀ ਹੈ ਕਿ ਜਦੋਂ ਤੱਕ ਬੱਚਾ ਅਨਕੰਪਲੀਟ ਹੈ ਉਦੋਂ ਤੱਕ ਕੁਦਰਤ ਉਹਨੂੰ ਗਰਭ 'ਚ ਹੀ ਰੱਖਦੀ ਹੈ, ਕਿਉਂਕਿ ਇਹ ਮਾਂ-ਬਾਪ ਦੀ ਖੁਰਾਕ ਤੇ ਥੋੜਾ ਫਰਕ ਪੈ ਜਾਂਦਾ ਹੈ। ਕਈਆਂ ਦੀ ਖੁਰਾਕ ਅੱਛੀ ਹੁੰਦੀ ਹੈ ਤਾਂ ਬੱਚੇ ਦੇ ਅੰਗ ਜਲਦੀ ਡਿਵੈਲਪ ਹੋ ਜਾਂਦੇ ਤਾਂ ਉਹਦਾ ਜਨਮ ਟਾਈਮ ਨਾਲ ਹੋ ਜਾਂਦਾ, ਕਈਆਂ ਦੀ ਖੁਰਾਕ ਥੋੜੀ ਸਹੀ ਨਹੀਂ ਹੁੰਦੀ ਤਾਂ ਫਿਰ ਉਹ ਅੰਗਾਂ ਨੂੰ ਥੋੜਾ 15-20 ਦਿਨ ਐਕਸਟਰਾ ਲੱਗ ਸਕਦੇ ਹੈ। ਪਰ ਕੁਦਰਤ ਕੀ ਦੇਖਦੀ ਹੈ, ਬੰਦਾ ਕੀ ਦੇਖਦਾ, ਬੰਦਾ ਟਾਈਮ ਦੇਖਦਾ ਹੈ, ਲੈ ਵੀ 9 ਮਹੀਨੇ ਜਨਮ ਹੋਣਾ ਹੀ ਚਾਹੀਦਾ ਹੈ, ਨਹੀਂ, ਇਹ ਕੁਦਰਤ ਨੂੰ ਪਤਾ ਹੈ। ਤੁਸੀਂ ਦੇਖਦੇ ਨਾ ਇੱਕ ਫਲ ਜਦੋਂ ਪੇੜ ਤੇ ਲੱਗਾ ਹੈ ਤਾਂ ਜਦੋਂ ਪੂਰਾ ਪੱਕ ਜਾਂਦਾ ਤਾਂ ਕਈ ਵਾਰ ਡੰਡੀ ਟੁੱਟ ਜਾਂਦੀ ਤਾਂ ਫਲ ਥੱਲੇ ਗਿਰ ਜਾਂਦਾ ਹੈ। ਫਲ ਪੂਰਾ ਪੱਕ ਗਿਆ, ਕੁਦਰਤ ਨੂੰ ਪਤਾ ਸੀ ਹੁਣ ਇਹਨੂੰ ਪਕਾ ਦਿੱਤਾ ਹੈ, ਹੁਣ ਇਹਨੂੰ ਡੰਡੀ ਨਾਲ ਲੱਗਣ ਦੀ ਲੋੜ ਨਹੀਂ ਹੈ, ਕਿਉਂਕਿ ਇਹਦੀ ਸਾਰੀ ਜੋ ਕਮੀ ਸੀ ਉਹ ਪੂਰੀ ਹੋ ਗਈ, ਹੁਣ ਚੱਲ। ਇਸੇ ਤਰ੍ਹਾਂ ਜਦੋਂ ਵਕਤ ਆਉਂਦਾ ਤਾਂ ਫਿਰ ਉਹ ਮਾਂ ਦਾ ਗਰਭ ਜਿਹੜਾ 9-9.5 ਮਹੀਨੇ ਬੱਚੇ ਨੂੰ ਪੇਟ 'ਚ ਰੱਖਦਾ ਹੈ, ਹੁਣ ਕੁਦਰਤ ਨੂੰ ਪਤਾ ਹੈ ਹੁਣ ਟਾਈਮ ਆ ਗਿਆ ਤਾਂ ਉਹ ਗਰਭ ਆਪ ਹੀ ਬੱਚੇ ਨੂੰ ਧੱਕਣਾ ਸ਼ੁਰੂ ਕਰ ਦਿੰਦਾ, ਯਾਨੀ ਪੈਦਾਇਸ਼ ਦੀ ਤਰਫ ਲੈ ਆਉਂਦਾ ਹੈ ਕਿ ਹੁਣ ਬੱਚਾ, ਇਹਦੀ ਸਾਰੀ ਜ਼ਰੂਰਤ ਇੱਥੇ ਪੂਰੀ ਹੋ ਗਈ ਹੈ, ਹੁਣ ਇਹਨੂੰ ਜੀਵਨ ਦੇਣਾ ਹੈ। ਇਹ ਕੌਣ ਕਰਦਾ ਹੈ? ਜਦੋਂ ਤੱਕ ਉਹਦੀ ਜ਼ਰੂਰਤ ਹੈ ਅੰਦਰ ਰੱਖਦਾ ਹੈ ਪਰਮਾਤਮਾ, ਔਰ ਜਦੋਂ ਜ਼ਰੂਰਤ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹਦੀ ਪੈਦਾਇਸ਼ ਹੋ ਜਾਂਦੀ ਹੈ, ਕਿਉਂਕਿ ਕੁਦਰਤ ਨੂੰ ਪਤਾ ਹੁਣ ਅੰਦਰੋਂ ਮੈਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਤੀਆਂ, ਅੰਗ ਬਣ ਗਏ, ਅੱਖਾਂ ਦੀ ਲੋੜ ਸੀ ਬਣ ਗਈਆਂ, ਦਿਲ ਦੀ ਲੋੜ ਸੀ ਬਣ ਗਿਆ, ਸਭ ਕੰਪਲੀਟ ਹੈ, ਹੁਣ ਇੱਥੇ ਲੋੜ ਨਹੀਂ, ਹੁਣ ਇਹਦੀ ਲੋੜ ਬਾਹਰ ਹੈ। ਜ਼ਰਾ ਸਮਝਣਾ। ਫਿਰ ਬੱਚੇ ਦਾ ਜਨਮ ਹੁੰਦਾ ਹੈ ਤਾਂ ਫਿਰ ਦੇਖੋ ਕੁਦਰਤ ਕੀ ਕਰਦੀ ਹੈ, ਉਹਨੂੰ ਪਤਾ ਹੈ ਕਿ ਬੱਚਾ ਖਾ ਨਹੀਂ ਸਕਦਾ, ਪੀ ਨਹੀਂ ਸਕਦਾ, ਇਸ ਲਈ ਮਾਂ ਦੇ ਅੰਦਰ ਦੁੱਧ ਪੈਦਾ ਕਰ ਦਿੰਦੀ ਹੈ। ਤਾਂ ਹੀ ਤਾਂ ਕਹਿੰਦੇ ਜਬ ਦਾंत ਨਾ ਥੇ ਤਬ दूध दिया, अब दांत दिए तो क्या अन्न ना दे है, ਕਿ ਜਦੋਂ ਤੇਰੇ ਮੂੰਹ 'ਚ ਦੰਦ ਨਹੀਂ ਸੀ ਉਸਲੇ ਦੁੱਧ ਦਿੱਤਾ, ਉਸਨੇ ਪਤਾ ਸੀ ਮੇਰੇ ਬੱਚੇ ਨੇ ਪੇਟ ਭਰਨਾ ਹੈ, ਪਰਮਾਤਮਾ ਨੂੰ ਪਤਾ ਸੀ ਜਿਹਨੂੰ ਮੈਂ ਪੈਦਾ ਕੀਤਾ ਹੈ ਉਹਦਾ ਪੇਟ ਵੀ ਭਰਨਾ ਹੈ, ਤਾਂ ਦੁੱਧ ਪੈਦਾ ਕਰ ਦਿੱਤਾ, ਮਾਂ ਦੇ ਜ਼ਰੀਏ ਦੁੱਧ ਮਿਲਦਾ ਹੈ। ਤਾਂ ਜੇ ਹੁਣ ਬੇਟਾ ਉਸ ਪਰਮਾਤਮਾ ਨੇ ਦੰਦ ਦਿੱਤੇ ਹੈ ਤਾਂ ਰਿਜ਼ਕ ਵੀ ਜ਼ਰੂਰ ਦੇਗਾ, ਬਸ ਯਕੀਨ ਰੱਖ, ਹੱਥ पैर तू हिला, रहमत हो ना करी जानी है। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।